सत श्री अकाल जी। चढ़दी कला टाइम टीवी वेख रहे सारे दर्शकों का स्वागत है। तुसीं देख रहे हो प्रोग्राम सीधी गल प्रोफैसर मनजीत सिंह दे नाल। मैं हां तुहाडे नाल मनदीप कौर खालसा। प्रोफैसर साहब साडे नाल जुड़ चुके हैं। सब तो पहले उन्हां दा स्वागत कर लैंदे हां। प्रोफैसर साहब जी स्वागत है जी आप जी का। बहुत बहुत धन्यवाद मनदीप जी। जी प्रोफैसर साहब, वैसे तो असीं रोज़ाना ही मजदूरों की गल जरूर करते हैं क्योंकि इस लॉकडाउन दौरान जो कोरोना संकट के करके लॉकडाउन किया होया है, करफ्यू लगे दा जो सब तो वध प्रभावित वर्ग है कोई तो मजदूर वर्ग ही है। पर अज असीं शुरुआत ही जो मजदूरों तो करनी चाहिए तो कैप्टन अमरिंदर सिंह मुख मंत्री पंजाब उन्होंने कहा है कि जोड़े मजदूर पैदल अपने अपने सूबे में जा रहे हैं, रस्ते में उन्होंने काफ़ी मुश्किलों का सामना करना पैंदा है, कई बार एक्सीडेंटा में उन्होंने मौत भी होंगी है। तो उन्होंने कैप्टन अमरिंदर सिंह उन्होंने बेनती की है कि तुसीं पैदल ना जाओ, असीं प्रबंध कर रहे हैं। ਇਹ ਦੇਖੋ ਦੇਸ਼ ਤੇ ਵਿਦੇਸ਼ ਦੇ ਵਿੱਚ ਕਾਫੀ ਬਦਨਾਮੀ ਹੋਣ ਤੋਂ ਬਾਅਦ ਹੋਸ਼ ਆਈ ਹੈ। ਅਸਲ 'ਚ ਕੈਪਟਨ ਸਾਹਿਬ ਮਹਿਲਾਂ ਵਾਲੇ ਜਿਹੜੇ ਆ ਨਾ ਉਹ ਝੁੱਗੀ ਝੌਂਪੜੀ 'ਚ ਰਹਿਣ ਵਾਲੇ ਦਾ ਦਰਦ ਸਮਝਦੇ ਨਹੀਂ। ਅੱਜ ਵੀ ਉਹਨਾਂ ਨੇ ਉਸ ਤਰ੍ਹਾਂ ਹੀ ਜਿਵੇਂ ਸਰਕਾਰੀ ਬਿਆਨ ਹੁੰਦੇ ਆ ਇੱਕ ਚਲੋ ਮਹਿਲ 'ਚੋਂ ਬੈਠਿਆਂ ਮੈਨੂੰ ਉਹ ਗੱਲ ਯਾਦ ਆਉਂਦੀ ਆ ਕਿ ਜਦੋਂ ਫ੍ਰੈਂਚ ਰੈਵੋਲੂਸ਼ਨ ਬਾਰੇ ਮਹਿਲ ਪੈਰਿਸ ਦੇ ਵਿੱਚ ਕਿਸਾਨਾਂ ਨੇ ਆ ਕੇ ਰਾਣੀ ਦਾ ਮਹਿਰ ਘੇਰ ਲਿਆ ਤੇ ਬਹੁਤ ਜ਼ਿਆਦਾ ਗੁੱਸੇ 'ਚ ਵੱਡੀ ਪੱਧਰ 'ਚ ਆਏ ਤਾਂ ਰਾਣੀ ਪੁੱਛਦੀ ਵੀ ਇਹ ਕੀ ਗੱਲ ਆ, ਕਿਉਂ ਇੰਨਾ ਸ਼ੋਰ ਪਾ ਰਹੇ ਅੰਦਰ ਬੈਠੇ, ਕੀ ਇਹਨਾਂ ਨੂੰ ਚਾਹੀਦਾ ਆ। ਉਹ ਕਹਿੰਦੇ ਜੀ ਇਹ ਕਹਿੰਦੇ ਅਸੀਂ ਭੁੱਖੇ ਆ ਤੇ ਸਾਡੇ ਕੋਲ ਰੋਟੀ ਨਹੀਂ ਹੈ। ਕਹਿੰਦੀ ਲੈ ਇਹ ਕਿਹੜੀ ਗੱਲ ਹੈ, ਜੇ ਰੋਟੀ ਨਹੀਂ ਤੇ ਕੇਕ ਖਾ ਲੈਣ। ਜਾਣੀ ਜਿਹੜੇ ਮਹਿਲਾਂ 'ਚ ਰਹਿੰਦੇ ਬੰਦੇ ਆ ਉਹ ਆਮ ਜੀਵਨ ਨਾਲੋਂ ਇੰਨਾ ਦੂਰ ਹੁੰਦੇ ਆ, ਉਹਨਾਂ ਨੂੰ ਉਹਨਾਂ ਦੇ ਦਰਦ ਦਾ ਨਹੀਂ ਪਤਾ। ਇਹ ਕਹਿੰਦੇ ਕਿ ਉਹਨਾਂ ਨੂੰ ਧੀਰਜ ਰੱਖੋ, ਤੁਸੀਂ ਕਿਉਂ ਭੱਜੇ ਜਾਂਦੇ ਆ। ਮੈਂ 311 ਗੱਡੀਆਂ ਹੁਣ ਤੱਕ ਭੇਜਤੀਆਂ, 4 ਲੱਖ ਦੇ ਕਰੀਬ ਬੰਦਾ ਚਲਾ ਗਿਆ, ਹੋਰ ਵੀ ਚਲੇ ਜਾਣਗੇ, ਬੈਠੇ ਰਹੋ, ਮੇਰੇ ਤੇ ਭਰੋਸਾ ਰੱਖੋ। ਉਹ ਜਿਹੜੇ ਲੇਬਰਰ ਕਹਿੰਦੇ ਆ ਵੀ ਤੁਸੀਂ ਭਰੋਸਾ ਦੇ ਤਾਂ ਰੱਖੀ ਜੇ ਸਾਡੇ ਢਿੱਡ 'ਚ ਕੁਛ ਹੋਵੇ ਤੇ ਸਾਨੂੰ ਰੁਜ਼ਗਾਰ ਨਹੀਂ, ਸਾਡਾ ਸਮਾਨ ਚੁੱਕ ਕੇ ਸੜਕਾਂ ਤੇ ਰੱਖ ਦਿੱਤਾ ਸਾਡੇ ਮਕਾਨ ਮਾਲਕਾਂ ਨੇ। ਉਹ ਕਹਿੰਦੇ ਆ ਸਾਡੇ ਕੋਲ ਅਸੀਂ ਜੇ ਤੁਸੀਂ ਨਹੀਂ ਹੈਗੇ ਤੇ ਅੱਜ ਹੀ ਸਾਡਾ ਕਿਰਾਇਆ ਨਹੀਂ ਦਿੰਦੇ ਤੇ ਬਾਹਰ ਨਿਕਲੋ, ਰੋਟੀ ਸਾਡੇ ਕੋਲ ਨਹੀਂ, ਸਾਨੂੰ ਕੰਮ ਕੋਈ ਸਾਡੇ ਕੋਲ ਨਹੀਂ ਤੇ ਅਸੀਂ ਕਿੱਥੋਂ, ਮਤਲਬ ਸਾਡੇ ਲਈ ਤੇ 2-2 300 ਰੁਪਈਆ ਜਿਹੜਾ ਚਾਹ ਲਈ ਰਸਤੇ 'ਚ ਬਚਿਆ। ਤਾਂ ਹੀ ਉਸ ਮਜਬੂਰੀ 'ਚ ਵੱਡੀ ਗਿਣਤੀ 'ਚ ਜਿਹੜੇ ਲੋਕ ਆ ਉਹ ਸੜਕਾਂ ਦੇ ਰਾਹੀਂ ਆਪੋ ਆਪਣੇ ਸੂਬਿਆਂ ਵੱਲ ਨੂੰ ਗਏ। ਹੁਣ ਹੋ ਰਹੀ ਹੈ ਰਾਜਨੀਤੀ। ਇਹ ਆ ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ ਉਹਨਾਂ ਨੇ ਫਟਕਾਰ ਪਾਈ ਜਦੋਂ ਪੰਜਾਬ ਤੋਂ ਇੱਕ ਬੱਚਾ ਉਹ ਬਕਸੇ ਦੇ ਉੱਤੇ ਬੈਠਾ ਜਿਹੜਾ ਖਿੱਚਿਆ ਜਾਂਦਾ ਸੀ, ਵੀਲ ਵਾਲਾ ਬਕਸਾ ਸੀ ਤੇ ਉਹਨੂੰ ਅੱਗੇ ਉਹਦੀ ਮਾਂ ਖਿੱਚੀ ਜਾਂਦੀ ਸੀ ਸੜਕ ਤੇ ਉਹ ਸੁੱਤਾ ਸੀ। ਉਸ ਗੱਲ ਤੋਂ ਜਾਣੀ ਜਿਹੜੀ ਉਹ ਰਿਪੋਰਟ ਗਈ ਤੇ ਸਾਡੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ ਉਹਨੇ ਫਟਕਾਰ ਪੰਜਾਬ ਨੂੰ ਪਾਈ ਹੈ। ਉਹਦੇ ਤੋਂ ਇਹਨਾਂ ਨੂੰ ਫਿਰ ਥੋੜੀ ਜਿਹੀ ਸਤਰਕਤਾ ਆਈ ਆ। ਹੁਣ ਅਜੇ ਹੋਰ ਵੀ ਲੈ ਲਓ ਅਗਲੇ ਪਾਸੇ, ਇੱਥੇ ਹੀ ਗੱਲ ਸਾਰੀ ਖਤਮ ਨਹੀਂ ਹੈ ਮਨਦੀਪ। ਅੱਜ ਜਿਹੜੇ ਬੰਦੇ ਕੁਝ ਲੇਬਰਰ ਉੱਥੇ ਇਕੱਠੇ ਹੋਏ ਸੀਗੇ ਅੰਮ੍ਰਿਤਸਰ ਦੇ ਵਿੱਚ ਬੱਸ ਗੱਡੀ 'ਚ ਚਾੜਨ ਲਈ, ਉਹਨਾਂ ਦੀ ਪਹਿਲਾਂ ਮੈਡੀਕਲ ਸਕਰੀਨਿੰਗ ਹੋਣੀ ਸੀ। ਉੱਥੇ ਕੋਈ ਪਾਣੀ ਨਹੀਂ, ਕੋਈ ਖਾਣ ਪੀਣ ਦੇ ਤੇ ਗੱਲੇ ਹੀ ਛੱਡ ਦਿਓ। 2-2 3-3 ਦਿਨ ਵਰਕਰ ਨੂੰ ਆ ਕੇ ਉੱਥੇ ਗੇੜੇ ਮਾਰਦੇ ਆ, ਉਹ ਸਰਟੀਫਿਕੇਟ ਲੈਣ ਲਈ ਆਉਣਾ ਪੈਂਦਾ ਆ। ਵਿਚਾਰੇ ਨੰਗੇ ਪੈਰੀ ਇੰਨੀ ਗਰਮੀ 'ਚ, ਉੱਥੇ ਗਰਮੀ ਵੀ ਕਾਫੀ ਆ। ਅਤੇ ਕੱਲ ਜਦੋਂ ਜ਼ਿਆਦਾ ਉਹਨਾਂ ਨੇ ਥੋੜਾ ਜਿਹਾ ਗੁੱਸਾ ਕੀਤਾ ਤੇ ਉਹਨਾਂ ਦੇ ਲਾਠੀ ਚਾਰਜ ਹੋਇਆ। ਮਤਲਬ ਬੰਦਿਆਂ ਨੂੰ ਜਿਹੜਾ ਜਦੋਂ ਭੇਡਾਂ ਬੱਕਰੀਆਂ ਵਾਂਗੂ ਤੁਸੀਂ ਧੱਕ ਕੇ ਇੱਧਰ ਲੈ ਜਾਓ ਉੱਧਰ ਲੈ ਜਾਓ, ਭੇਡਾਂ ਬੱਕਰੀਆਂ ਦਾ ਵੀ ਜ਼ਿਆਦਾ ਧਿਆਨ ਮਾਲਕ ਰੱਖਦੇ ਆ, ਇੰਨਾ ਭੁੱਖਾ ਤੇ ਆਏ ਨਹੀਂ ਮਾਰਨ ਦਿੰਦੇ। ਜੇ ਇੰਜ ਕਰੋਗੇ ਤੇ ਤੁਸੀਂ ਇਹ ਕਹੀ ਜਾਓਗੇ ਧੀਰਜ ਰੱਖੋ ਤਾਂ ਉਹ ਇੱਕ ਬੜੀ ਦੂਰ ਦੀ ਗੱਲ ਆ। ਨਾਲ ਹੀ ਅੱਜ ਜਿਹੜੇ ਯੋਗੀ ਆਦਿੱਤਿਆਨਾਥ ਜੀ ਆ ਯੂਪੀ ਵਾਲੇ, ਉਹਨਾਂ ਨੂੰ ਵੀ ਹੋਸ਼ ਆਈ ਆ। ਹੁਣ ਪਹਿਲਾਂ ਤੇ ਗੱਲਾਂ ਹੋਰ ਕਰਦੇ ਸੀ, ਹੁਣ ਕਹਿੰਦੇ ਆ ਦੇਖੋ ਜੀ ਇਹ ਸਾਡੇ ਬੰਦੇ ਆ, ਇਹ ਸਾਡੇ ਆਨਰੇਬਲ ਵਰਕਰਸ ਹੈਗੇ ਆ। ਜੇ ਸਾਡੇ ਬਾਹਰ ਜੇ ਦੁਬਾਰਾ ਕਿਸੇ ਸੂਬੇ ਨੇ ਸਾਡੀ ਲੇਬਰ ਮੰਗਣੀ ਆ ਤੇ ਮੈਨੂੰ ਤੁਸੀਂ ਅਪਲਾਈ ਕਰਨਾ, ਮੈਨੂੰ ਪੁੱਛਣਾ, ਮੇਰੇ ਬਿਨਾਂ ਪੁੱਛਿਆ ਤੁਸੀਂ ਇੱਥੋਂ ਇੱਕ ਬੰਦਾ ਨਹੀਂ ਜਾਊਗਾ ਔਰ ਮੈਂ ਉਹਨਾਂ ਦੀ ਸਾਰੀ ਜਿਹੜੀ ਸਿਹਤ ਦਾ ਹੋਰ ਸਾਰਾ ਉੱਥੇ ਰਹਿਣ ਠਹਿਣ ਦਾ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਦਾ ਮੈਂ ਖਿਆਲ ਰੱਖੂੰਗਾ। ਹੁਣ ਜਾਣੀ ਮੋਟੇ ਤੌਰ ਤੇ ਜਦੋਂ ਸਾਰਾ ਕੁਝ ਢਹਿ ਢੱਠ ਗਿਆ, ਜਦੋਂ ਸਾਰੇ ਵਰਕਰ ਦੁੱਖ ਤਕਲੀਫਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਆਪੋ ਆਪਣੇ ਸੂਬਿਆਂ 'ਚ ਪਹੁੰਚ ਗਏ ਤਾਂ ਹੁਣ ਰਾਜਨੀਤੀ ਸ਼ੁਰੂ ਹੋ ਗਈ ਹੈ ਮਨਦੀਪ। जी प्रोफैसर साहब, हुण जिवें हुण कैप्टन अमरिंदर सिंह हुणी कह रहे हैं कि असीं प्रबंध कीते जा रहे हैं, ट्रेनां जा भी रहीआं ने पंजाब तो। हुण जे असीं प्रबंधां दी भी गल कर लईए तां अमृतसर विच प्रवासी मजदूरां नूं खज्जल खुआर होना पै रिहा जी स्क्रीनिंग दे लई ते उन्हां वल्लों प्रोटेस्ट कीता गया जिस ते पुलिस वल्लों उन्हां ते लाठी चार्ज भी कीता गया। हुण मजदूर करे तां करे की, प्रबंधां विच भी कई खामियां ने साडे। नहीं बिल्कुल ठीक हैगा आ। घट्टो घट्ट देखो ਇੰਨੀ ਗਰਮੀ ਹੈਗੀ ਆ, ਹੋਰ ਕੋਈ ਬਹੁਤੀ ਨਹੀਂ ਗੱਲ ਕਹਿੰਦੇ। ਇੱਕ ਤੇ ਜਿਹੜੇ
ਆਪਾਂ ਮਾਡਰਨ ਤਰੀਕੇ ਬਣਾ ਲਏ ਆ। ਇਹ ਸਮਝਦੇ ਆ ਕਿ ਸਾਰੇ ਲੋਕ ਪੜ੍ਹੇ ਲਿਖੇ ਆ, ਤੁਸੀਂ ਉਹਨਾਂ ਨੂੰ SMS ਕਰਨਾ, ਅਪਲਾਈ ਕਰਨਾ, ਫਿਰ ਫਲਾਨੀ ਜਗ੍ਹਾ ਆ ਜਾਓ, ਫਿਰ ਫਲਾਨੀ ਜਗ੍ਹਾ ਚਲੇ ਜਾਓ। ਸਾਡੇ ਕੋਲੋਂ ਜਿਹੜੇ ਆਪਾਂ ਖਾਂਦੇ ਪੀਂਦੇ ਲੋਕ ਆ, ਜਾਂ ਤੇ ਸਾਡੇ ਕੋਲ ਆਪ ਐਂਡਰਾਇਡ ਫੋਨ ਹੈਗੇ ਆ, ਐਡਵਾਂਸ ਕਿਸਮ ਦੇ ਮਹਿੰਗੇ ਫੋਨ ਹੈਗੇ ਆ, ਜਾਂ ਸਾਡੇ ਕੋਲ ਹੋਰ ਪੜ੍ਹੇ ਲਿਖੇ ਆ। ਬਹੁਤ ਸਾਰੇ ਵਰਕਰ ਹੈ ਜਿਹੜੇ ਇੱਲ ਦਾ ਨਾ ਕੋਕੋ ਨਹੀਂ ਜਾਣਦੇ, ਮਤਲਬ ਪੜ੍ਹੇ ਨਹੀਂ ਸਕਦੇ। ਮੈਂ ਕਿੰਨਿਆਂ ਵਰਕਰਾਂ ਨੂੰ ਜਾਣਦਾ, ਨਾ ਉਹ ਹਿੰਦੀ ਜਾਣਦੇ ਆ, ਨਾ ਅੰਗਰੇਜ਼ੀ ਜਾਣਦੇ ਆ। ਫੋਨ ਵੀ ਜੇ ਆ ਜੇ ਤੇ ਮੜ ਜਾ ਇੱਕ ਬਟਨ ਦੱਬ ਕੇ ਫੋਨ ਸੁਣਨਾ ਜ਼ਰੂਰ ਜਾਣਦੇ ਆ। ਉਹ ਰੇੜੀ ਫੜੀ ਵਾਲੇ ਵੀ ਸਾਰੇ ਕਰ ਲੈਂਦੇ। ਪਰ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਸਾਰਾ ਇੰਜ ਕਰੋ। ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿ ਉਹ ਜਿੱਥੇ ਜਿੱਥੇ ਵਰਕਰ ਬੈਠਾ ਉੱਥੇ ਪਹੁੰਚ ਕੇ ਉਹਨਾਂ ਨੂੰ ਕਹਿਣ ਸਾਡੀ ਬੱਸ ਇੱਥੇ ਆਊਗੀ ਜੀ, ਇੰਨੀ ਤਰੀਕ ਨੂੰ ਤੁਸੀਂ ਕਿਤੇ ਨਹੀਂ ਜਾਣਾ, ਜਦ ਤੱਕ ਅਸੀਂ ਨਹੀਂ ਆਉਂਦੇ ਆ ਉਦੋਂ ਤੱਕ ਤੁਹਾਨੂੰ ਰੋਟੀ ਪਾਣੀ ਦਿੱਤਾ ਜਾਊ। ਹੁਣ ਗੱਲ ਤੇ ਕਹਿ ਰਹੇ ਆ ਕਿ ਪੁਲਿਸ ਜਿੱਥੇ ਜਿੱਥੇ ਦੇਖਦੀ, ਜਿੱਥੇ ਜਿੱਥੇ ਤੁਹਾਨੂੰ ਵਰਕਰ ਕੋਈ ਸੜਕਾਂ ਤੇ ਦੇਖਦੇ ਆ, ਪੁਲਿਸ ਨੂੰ ਡੀਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉੱਥੋਂ ਵਰਕਰਾਂ ਨੂੰ ਲੈ ਕੇ ਉਹਨਾਂ ਨੂੰ ਨੇੜੇ ਦੇ ਕਿਤੇ ਸ਼ੈਲਟਰ ਹੋਮ ਜਾਂ ਜਿੱਥੇ ਵੀ ਉਹਨਾਂ ਨੂੰ ਆਪਣੀ ਪ੍ਰੋਟੈਕਸ਼ਨ 'ਚ ਰੱਖਣ, ਉਹਨਾਂ ਨੂੰ ਖਾਣ ਪੀਣ ਦਾ ਵੀ ਦੇਣ, ਉਹਨਾਂ ਨੂੰ ਸਾਰਾ ਕੁਝ ਉਹਨਾਂ ਦਾ ਧਿਆਨ ਰੱਖਣ, ਤੇ ਉੱਥੋਂ ਬੱਸਾਂ 'ਚ ਬਿਠਾ ਕੇ ਉਹਨਾਂ ਨੂੰ ਰੇਲਵੇ ਤੱਕ ਜਿਵੇਂ ਉਹਨਾਂ ਦੀ ਵਾਰੀ ਆਉਂਦੀ ਆ ਪਹੁੰਚਾਇਆ ਜਾਏ, ਉਹਨਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾਵੇ। ਪਰ ਮਤਲਬ ਇੰਨਾ ਕੁਝ ਲੁੱਟਣ ਤੋਂ ਬਾਅਦ ਹੋਸ਼ ਵਿੱਚ ਆਏ ਤੇ ਕੀ ਆਏ? ਮਤਲਬ ਇਹ ਗੱਲ ਤੇ ਇਹ ਹੈ ਕਿ 2 ਮਹੀਨੇ ਹੋ ਗਏ ਆ ਉਦੋਂ ਬਾਅਦ, ਜਦੋਂ ਉਹ ਭੁੱਖੇ ਮਰਨ ਲੱਗੇ, ਜਦੋਂ ਸਾਰੇ ਦੇਸ਼ ਤੇ ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਆ, ਹੁਣ ਸਾਨੂੰ ਹੋਸ਼ ਆਈ ਆ ਕਿ ਨਹੀਂ 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 ਇਹਨਾਂ ਲਈ ਵੀ ਕੁਝ ਕਰਨਾ ਚਾਹੀਦਾ ਸੀ। ਦੇਰ ਆਏ, ਚਲੋ ਹੁਣੀ ਕੁਝ ਕਰ ਲਓ, ਹੁਣੀ ਆਪਣਾ ਜਿਹੜਾ ਜੋ ਪੁਰਾਣਾ ਆਪਣੇ ਕੋਲੋਂ ਗਲਤੀਆਂ ਹੋਈਆਂ ਉਹਨੂੰ ਸੁਧਾਰਨ ਦਾ ਮੌਕਾ ਹੈਗਾ ਆ। ਕੁੱਟਣ ਮਾਰਨਾ ਕੋਈ ਹੱਲ ਨਹੀਂ ਹੈ। ਉਹਨਾਂ ਨੂੰ ਘੱਟੋ ਘੱਟ ਪਾਣੀ ਤੇ ਰੋਟੀ ਦਾ ਇੰਤਜ਼ਾਮ ਜ਼ਰੂਰ ਕਰਦੇ ਰਹੋ। ਮਨਦੀਪ, ਨਾ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਭਾਵੇਂ ਕਿ 24 ਘੰਟਿਆਂ ਵਿੱਚ ਸਭ ਤੋਂ ਵੱਧ 6767 ਕੇਸ ਸਾਹਮਣੇ ਆਏ, ਪਰ ਫਿਰ ਵੀ ਸਾਡੇ ਜਿਹੜੇ ਮੰਤਰੀ ਨੇ ਹਰਸ਼ਵਰਧਨ ਜੀ, ਉਹ ਕਹਿ ਰਹੇ ਨੇ ਕਿ ਅਸੀਂ ਕਾਫੀ ਕੁਝ ਜਿਹੜਾ ਸੁਧਾਰ ਕਰਨ ਵਿੱਚ ਕਾਮਯਾਬ ਹੋਏ ਹਾਂ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਿ ਫਰਵਰੀ ਵਿੱਚ ਸਾਡੇ ਕੋਲ ਕਰੋਨਾ ਟੈਸਟ ਦੇ ਲਈ ਇੱਕ ਲੈਬ ਸੀ, ਪਰ ਹੁਣ ਸਾਡੇ ਕੋਲ 599 ਅਜਿਹੀਆਂ ਲੈਬ ਜਿਹੜੀਆਂ ਨੇ ਉਹ ਮੌਜੂਦ ਨੇ। ਪਰ ਉਹਨਾਂ ਨੇ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਕਿ ਅਗਲੇ ਸਮੇਂ ਦੇ ਲਈ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਨੂੰ ਹੋਰ ਜਿਹੜਾ ਚੇਤਨ ਹੋਣਾ ਪਵੇਗਾ, ਹੋਰ ਪ੍ਰਬੰਧ ਜਿਹੜੇ ਨੇ ਉਹ ਕਰਨੇ ਪੈਣਗੇ। ਇੱਥੇ ਅਸੀਂ ਦੇਖੋ ਜਨਰਲੀ ਕਿਉਂਕਿ ਕਰੋਨਾ ਵਾਇਰਸ ਦਾ ਸਾਰਾ ਦੇਸ਼ ਦਾ ਮੀਡੀਆ, ਵਿਦੇਸ਼ ਦਾ ਮੀਡੀਆ ਲੱਗਿਆ, ਅਸੀਂ ਕਈ ਵਾਰੀ ਖਬਰਾਂ ਸਕਿਪ ਕਰ ਦਿੰਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅਪਡੇਟ ਨਹੀਂ ਹੁੰਦੇ। ਮਨਦੀਪ, ਹਾਲਤ ਇਹ ਹੈ ਕਿ ਕਰੋਨਾ ਵਾਇਰਸ ਬਾਰੇ ਵੱਡੇ ਵੱਡੇ ਸਾਇੰਟਿਸਟਾਂ ਨੇ ਹੱਥ ਖੜੇ ਕਰਤੇ ਆ। ਇਹਨਾਂ ਨੂੰ ਬਹੁਤਾ ਪਤਾ ਹੀ ਨਹੀਂ ਉਹਦਾ ਕੀ ਸੁਭਾਅ ਆ, ਕਿਵੇਂ ਬਹੁਤਾ ਫੈਲਦੀ ਆ। ਮੋਟੇ ਮੋਟੇ ਤੌਰ ਤਰੀਕਿਆਂ ਦਾ ਪਤਾ ਉਹਦਾ, ਇਸੇ ਕਰਕੇ ਕੋਈ ਕਿਸ ਤਰ੍ਹਾਂ ਕਰੀ ਜਾਂਦਾ, ਕੋਈ ਕਿਸ ਤਰ੍ਹਾਂ ਕਰੀ ਜਾਂਦਾ, ਕੋਈ ਸਕੂਲ ਕਾਲਜ ਖੋਲੀ ਜਾਂਦਾ, ਕੋਈ ਬੰਦ ਕਰੀ ਜਾਂਦਾ, ਕੋਈ ਫਲਾਈਟਾਂ ਖੋਲੀ ਜਾਂਦਾ, ਕੋਈ ਕਹਿੰਦਾ 14 ਦਿਨ ਰੱਖੋ, ਕੋਈ ਕਹਿੰਦਾ 7 ਦਿਨਾਂ ਤੋਂ ਬਾਅਦ ਹੀ ਘਰੇ ਭੇਜ ਦਿਓ ਜਦੋਂ ਫਲਾਈਟ ਤੋਂ ਕੋਈ ਉਤਰਦਾ ਆ, ਕੋਈ ਕਹਿੰਦਾ ਕਿ ਉਹਨਾਂ ਨੂੰ 21 ਦਿਨ ਲਈ ਰੱਖਣਾ ਪੈਂਦਾ ਕਿਉਂਕਿ ਇੱਕ ਇਹੋ ਜਿਹਾ ਕੇਸ ਵੀ ਆ ਗਿਆ ਜਿਹੜਾ 21 ਦਿਨ ਤੇ ਆ, ਜਿਹੜਾ ਬਾਅਦ ਉਸ ਨੂੰ ਪੋਜ਼ਿਟਿਵ ਹੋਇਆ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਕਿਸਮ ਦੀ ਇੰਝ ਕਹਿ ਲਓ ਕਿ ਪੈਰਾਂ ਹੇਠੋਂ ਜ਼ਮੀਨ ਸਾਰਿਆਂ ਦੇ ਨਿਕਲੀ ਆ, ਬੌਂਦਲ ਗਏ ਆ, ਅੱਖੀਂ ਪਲਾਈ ਹੱਥ ਮਾਰ ਰਿਹਾ, ਕੋਈ ਬਹੁਤਾ ਪਤਾ ਨਹੀਂ ਲੱਗ ਰਿਹਾ ਕਿ ਇਹਦੇ ਚੋਂ ਬਾਹਰ ਕਿਵੇਂ ਨਿਕਲਿਆ ਜਾਏ। ਮੇਰਾ ਖਿਆਲ ਹੈ ਕਿ ਜੋ ਵੇਲੇ ਸਿਰ ਕਰਨਾ ਚਾਹੀਦਾ ਸੀ, 2 ਗੱਲਾਂ ਬਹੁਤ ਜ਼ਰੂਰੀ ਹਮੇਸ਼ਾ ਲਈ ਕਿਸੇ ਲੋਕਤੰਤਰ ਲਈ ਸੀ। ਸਿਹਤ ਸੇਵਾਵਾਂ ਹਮੇਸ਼ਾ ਮਜ਼ਬੂਤ ਰਹਿਣੀਆਂ ਚਾਹੀਦੀਆਂ ਸੀ। ਅਸੀਂ ਸਭ ਤੋਂ ਵੱਧ ਕੱਟ ਉਹਦੇ ਤੇ ਲਾਏ, ਇਸੇ ਤਰ੍ਹਾਂ ਸਿੱਖਿਆ ਤੇ ਸਭ ਤੋਂ ਵੱਧ ਕੱਟ ਲਾ ਕੇ ਅਸੀਂ ਲੋਕਾਂ ਨੂੰ ਅਨਪੜ੍ਹ ਵੀ ਰੱਖਿਆ ਤੇ ਉਹਨਾਂ ਨੂੰ ਗੁਲਾਮਦਾਰੀ ਸਿਸਟਮ ਦੇ ਵਿੱਚ ਵੀ ਬੰਨ੍ਹ ਕੇ ਰੱਖਿਆ ਕਿ ਕਿਤੇ ਜਾ ਨਾ ਬੌਂਗੇ ਤੇ ਬੌਂਦਲੇ ਰਹਿਣ, ਕਿਤੇ ਕਿਸੇ ਪਾਸੇ ਚੰਗੇ ਸ਼ਹਿਰੀ ਨਾ ਬਣ ਸਕਣ। ਉਹਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ। ਤੇ ਦੂਸਰਾ, ਸਾਡੇ ਕੋਲ ਇਹ ਥੋੜਾ ਜਿਹਾ ਰੁਜ਼ਗਾਰ ਜਾਂ ਇਸ ਤਰ੍ਹਾਂ ਉਹਨਾਂ ਦਾ ਠੀਕ ਠਾਕ ਹੁੰਦਾ ਤੇ ਉਹ ਥੋੜਾ ਜਿਹਾ ਬਰਦਾਸ਼ਤ ਕਰਨ ਦੇ ਕਾਬਿਲ ਵੀ ਹੁੰਦੇ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਕਰਤੇ ਰਹੇ ਹਾਂ, ਠੀਕ ਹੈ, ਹੱਥ ਸਾਡੇ ਕੋਲ ਆਈਸੋਲੇਸ਼ਨ ਵਾਰਡ ਹੋ ਗਏ, ਇੰਨੇ ਬੈੱਡ ਕਰ ਲਏ, ਇੰਨੀਆਂ ਅਸੀਂ। ਰਹੀ ਗੱਲ ਦਵਾਈਆਂ ਦੀ, ਦਵਾਈ ਦੇ ਬਾਰੇ ਅਜੇ ਸਾਡੇ ਕੋਲ ਏਡਸ ਦੀ ਜਿਹੜੀ ਹੈਗੀ ਆ, ਤੁਹਾਨੂੰ ਪਤਾ ਹੀ ਹੈ, ਏਡਸ ਜਿਹੜੀ ਬੜੀ ਤੁਹਾਡੇ ਉਸ ਇਮਿਊਨ ਸਿਸਟਮ ਤੇ ਹਮਲਾ ਕਰਦੀ ਹੈ, ਇਹੋ ਜਿਹੀ ਵਾਇਰਸ ਆ। ਉਹਦਾ 30 ਸਾਲ ਹੋ ਗਏ, ਅਜੇ ਤੱਕ ਕੋਈ ਤੁਹਾਡੇ ਕੋਲ ਉਹਦਾ ਲੋਧਾ ਜਾਂ ਉਹਨੂੰ ਕਹਿ ਲਓ ਤੁਸੀਂ ਵੈਕਸੀਨ ਨਹੀਂ ਬਣਿਆ। ਇਸੇ ਤਰੀਕੇ ਨਾਲ ਇਹ ਕਿਹੜਾ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਬੜਾ ਤਕੜੇ ਤੌਰ ਤੇ ਜਿਹੜਾ ਵੈਕਸੀਨ ਆ, ਕੋਈ ਕਹਿੰਦਾ 6 ਮਹੀਨੇ ਚ ਬਣ ਗਿਆ, ਕੋਈ ਕਹਿੰਦਾ ਜੀ ਬਸ ਆਇਆ ਹੀ ਖੜਾ, ਕੋਈ ਕਹਿੰਦਾ ਜੀ ਅਜੇ 3 ਸਾਲ ਲੱਗਣਗੇ। ਅਸਲ 'ਚ ਇਹ ਸਾਰੇ ਅਟਕਲ ਪੱਚੂ ਗੱਲਾਂ ਕਰ ਰਹੇ ਆ, ਕੋਈ ਕਿਸੇ ਕੋਲੋਂ ਖਾਸ ਸਿੱਧਤ ਗੱਲ ਨਹੀਂ ਹੈਗੀ। ਇੰਨਾ ਕੁ ਜ਼ਰੂਰ ਪਤਾ ਕਿ ਜਿਹੜੇ ਕਮਜ਼ੋਰ ਆ ਉਹਨਾਂ ਨੂੰ ਜ਼ਿਆਦਾ ਫੜਦੇ ਆ, ਉਹਨਾਂ ਨੂੰ ਛੇਤੀ ਮਾਰਦੀ ਆ, ਜਿਹਦੇ ਪਹਿਲਾਂ ਹੀ ਥੋੜੇ ਜਿਹੇ ਕਈ ਕਿਸਮ ਦੇ ਬਿਮਾਰੀਆਂ ਦੇ ਸ਼ਿਕਾਰ ਆ ਉਹਨਾਂ ਦੇ ਹਮਲਾ ਤੇਜ਼ ਕਰਦੀ ਆ।
ਹੁਣ ਹਾਲਤ ਤੇ ਇਹ ਵੀ ਬਣੀ ਆ ਕਿ ਇੱਕ ਨਵੀਂ ਬਿਮਾਰੀ ਸ਼ੁਰੂ ਹੋ ਗਈ ਆ ਨਾਲੋਂ ਨਾਲ, ਕਾਵਾਸਾਕੀ ਵਰਗੇ ਉਹਦੇ ਲੱਛਣ ਆ, ਜਿਹੜੀ ਯੰਗਸਟਰ ਨੂੰ, ਛੋਟੀ ਉਮਰ ਦੇ ਬੱਚਿਆਂ ਨੂੰ, ਕੋਈ 5 ਸਾਲ ਦਾ, ਕੋਈ 2 ਸਾਲ ਦਾ, ਕੋਈ 16 ਸਾਲ ਦਾ, ਉਹਨਾਂ ਨੂੰ ਕਾਫੀ ਸੈਂਕੜਿਆਂ 'ਚ ਕੇਸ ਨਿਊਯਾਰਕ 'ਚ ਪਾਏ ਗਏ ਆ, ਦੂਜੇ ਦੇਸ਼ਾਂ 'ਚ ਵੀ ਪਾਏ ਗਏ, ਸਾਡੇ ਦੇਸ਼ 'ਚ ਵੀ ਸ਼ੁਰੂ ਹੋ ਜਾਣਗੇ। ਹੁਣ ਪਹਿਲੀ ਅਜੇ ਬਿਮਾਰੀ ਹਟੀ ਨਹੀਂ, ਇੱਕ ਨਵੀਂ ਨਿਕਲ ਆਈ ਆ। ਹੁਣ ਇਹ ਉਹਦੀ ਸਮਝ ਨਹੀਂ ਪੈ ਰਹੀ ਕਿ ਉਹ ਇਸੇ ਕਰੋਨਾ ਵਾਇਰਸ ਦਾ ਹੀ ਇੱਕ ਨਵਾਂ ਰੂਪ ਧਾਰਨ ਉਹਨੇ ਕਰ ਲਿਆ, ਜਾਂ ਕੋਈ ਨਵੀਂ ਵਾਇਰਸ ਆ ਗਈ ਆ ਜਿਹੜੀ ਨੌਜਵਾਨ, ਇਹ ਪਹਿਲਾਂ ਬੁੱਢਿਆਂ ਨੂੰ, ਬਜ਼ੁਰਗਾਂ ਨੂੰ, ਮੇਰੇ ਵਰਗਿਆਂ ਨੂੰ ਪੈਂਦੀ ਸੀਗੀ ਜਿਹੜੀ ਕਰੋਨਾ ਵਾਇਰਸ ਆ, ਹੁਣ ਇਹ ਨਵੀਂ ਜਿਹੜੀ ਆ ਉਹ ਨੌਜਵਾਨਾਂ ਨੂੰ ਪੈਂਦੀ ਹੈ। ਤੇ ਆਪਾਂ ਤੇ ਜਾਣੀ ਸਾਰੀ ਦੁਨੀਆ ਬੌਂਦਲ ਗਈ ਹੈ। ਇਹਦੇ 'ਚ ਚਾਹੀਦਾ ਇਹ ਹੈ ਕਿ ਧੀਰਜ ਰੱਖ ਕੇ, ਧੀਰਜ ਵਰਕਰ ਨੂੰ ਨਾ ਰੱਖਣ ਲਈ ਕਹਿਣ, ਉਹਨਾਂ ਨੇ ਬਥੇਰਾ ਧੀਰਜ ਰੱਖਿਆ ਆ, ਆਪ ਧੀਰਜ ਰੱਖ ਕੇ ਸਹਿਜ ਨਾ ਸੋਚਣ, ਸਾਰੇ ਮਿਲ ਕੇ ਚੱਲਣ, ਰਾਜਨੀਤੀ ਨਾ ਕਰਨ, ਔਰ ਸਾਰਿਆਂ ਨੂੰ ਦੱਸ ਕੇ ਸਾਰਾ ਕੁਝ ਕੀਤਾ ਜਾਏ। ਹੁਣ ਆ ਫਲਾਈਟਾਂ ਵਾਲੀ ਗੱਲ ਵੀ ਸੀ, ਸੂਬਿਆਂ ਨੂੰ ਨਹੀਂ ਕੌਨਫੀਡੈਂਸ ਚੱਲਿਆ, ਕੋਈ ਕਿੰਨੇ ਦਿਨ ਲਈ ਕਹੀ ਜਾਂਦਾ ਆਈਸੋਲੇਸ਼ਨ 'ਚ ਰੱਖਣਾ, ਕੋਈ ਕਹਿੰਦਾ ਹੋਟਲ 'ਚ ਰੱਖਣਾ, ਕੋਈ ਕਹਿੰਦਾ ਘਰਾਂ 'ਚ ਰੱਖਣਾ, ਕੋਈ ਕਹਿੰਦਾ 7 ਦਿਨ, ਕੋਈ 14 ਦਿਨ, ਕੋਈ ਕਹਿੰਦਾ ਮੈਂ ਫਲਾਈਟ ਹੀ ਨਹੀਂ ਵੜਨ ਦੇਣੀ, ਵੈਸਟ ਬੰਗਾਲ ਕਹਿੰਦਾ ਮੈਂ 28 ਤਰੀਕ ਤੱਕ ਨਹੀਂ ਇੱਥੇ ਵੜਨ ਦੇਣੀ। ਇਹ ਗੱਲਾਂ ਰਲ ਮਿਲ ਕੇ ਕਿਉਂ ਨਹੀਂ ਕੀਤੀਆਂ ਜਾਂਦੀਆਂ? ਕਿਉਂ ਅਸੀਂ ਆਪਣੀ ਮਰਜ਼ੀ ਨਾਲ ਜਿੱਧਰ ਨੂੰ ਮਰਜ਼ੀ ਚੱਕੀ ਜਾਂਦੇ ਗੱਲਾਂ ਨੂੰ? ਇਸ ਕਰਕੇ ਮੇਰਾ ਮਨਦੀਪ ਗੱਲ ਇਹ ਹੈ ਕਿ ਇਹ ਵੀ ਹਾਲਤ ਬਣ ਗਈ, ਇੱਕ ਬੰਦਾ ਇਹੋ ਜਿਹਾ ਵੀ ਕੇਸ ਲੱਭਿਆ ਕਿ ਉਹਨੂੰ ਕਰੋਨਾ ਵਾਇਰਸ ਹੋ ਗਿਆ ਸੀ, ਉਹ ਠੀਕ ਹੋ ਗਿਆ, ਉਦੋਂ ਬਾਅਦ ਉਹ ਫਿਰ ਉਹਨੂੰ ਦੁਬਾਰਾ ਕਰੋਨਾ ਵਾਇਰਸ ਹੋ ਗਿਆ। ਤੁਸੀਂ ਇਸ ਗੱਲ ਦਾ ਹੱਲ ਕੀ ਕਰੋਗੇ ਕਿ ਕੱਲ ਨੂੰ ਵੈਕਸੀਨ ਲੱਭ ਜਾਂਦਾ, ਤੁਸੀਂ ਵੈਕਸੀਨ ਕਰ ਦਿੱਤਾ, ਪਹਿਲਾਂ ਤੇ ਪਹੁੰਚੂਗਾ ਹੀ ਨਹੀਂ, ਇੰਨੇ 7.5 ਕਰੋੜ ਲੋਕਾਂ ਨੂੰ ਕਿਵੇਂ ਬਚਾਓਗੇ ਵੈਕਸੀਨ ਜੇ ਹੋ ਵੀ ਜਾਂਦਾ ਤੇ? ਉਹ ਕਈ ਸਾਲ ਲੱਗਣਗੇ ਪਹੁੰਚਣ ਲਈ। ਮੰਨ ਲਓ ਹੋ ਜਾਂਦਾ ਤੇ ਕੱਲ ਨੂੰ ਫੇਰ 10 ਸਾਲ ਬਾਅਦ ਤੁਹਾਨੂੰ ਉਹਦੀ ਇਮਿਊਨਿਟੀ ਖਤਮ ਹੋ ਸਕਦੀ ਹੈ। ਇਸ ਕਰਕੇ ਇਹ ਲੰਬਾ ਸਟਰਗਲ ਹੋਊਗਾ, ਜਦੋਜਹਿਦ ਹੋਊਗੀ। ਇੱਕ ਦੋ ਕੰਮ ਕਰਨੇ ਚਾਹੀਦੇ ਆ। ਲੋਕਾਂ ਦੀ ਸਿਹਤ ਨੂੰ ਬਿਲਕੁਲ ਠੀਕ ਕੀਤਾ ਜਾਏ, ਜਾਣੀ ਉਹਦੇ ਤੇ ਵੱਧ ਤੋਂ ਵੱਧ ਖਰਚਾ ਕੀਤਾ ਜਾਏ, ਔਰ ਦੂਸਰਾ ਆਪਾਂ ਨੂੰ ਹਵਾ ਪਾਣੀ ਪਾਉਣ ਸਾਰਾ ਠੀਕ ਕੀਤਾ ਜਾਏ ਤਾਂ ਕਿ ਸਿਹਤ ਠੀਕ ਰਹੇ, ਔਰ ਦੂਸਰਾ ਹਸਪਤਾਲਾਂ ਨੂੰ ਮਜ਼ਬੂਤ ਕੀਤਾ ਜਾਏ। ਹੋਰ ਤੀਜਾ ਕੋਈ ਰਸਤਾ ਨਹੀਂ। ਤੇ ਰਾਜਨੀਤੀ ਕਰਨ ਤੋਂ ਜਿੰਨਾ ਵੀ ਗਰੇਜ਼ ਕੀਤਾ ਜਾਏ, ਰਾਜਨੀਤੀ ਦਾ ਮਤਲਬ ਹਾਲਾਤ ਦਾ ਫਾਇਦਾ ਉਠਾਉਣਾ, ਕਿ ਸਾਨੂੰ ਅਜੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਨਹੀਂ, ਬਸ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਵਗਦੀ ਗੰਗਾ 'ਚੋਂ ਹੱਥ ਧੋ ਲਓ। ਲੋਕ ਜਦੋਂ ਮਰ ਰਹੇ ਆ ਤੇ ਸਾਡਾ ਕਰੈਕਟਰ ਦੇਖ ਲਓ ਦੇਸ਼ ਭਗਤਾਂ ਦਾ, ਕਿ ਹਿਮਾਚਲ ਦਾ ਜਿਹੜਾ ਡਾਇਰੈਕਟਰ ਹੈਗਾ ਹੈਲਥ ਸਰਵਿਸਿਜ਼, ਉਹਦੇ ਤੇ ਸਕੈਮ ਦਾ ਦੋਸ਼ ਲੱਗ ਗਿਆ ਤੇ ਉਹ ਕੇਸ ਕੂਸ ਚੱਲ ਰਿਹਾ, ਤੇ ਜਿਹੜਾ ਹੈਲਥ ਦਾ ਡਿਪਾਰਟਮੈਂਟ ਹੈ ਉਹ ਵੀ ਚੀਫ ਮਿਨਿਸਟਰ ਸਾਹਿਬ ਠਾਕਰ ਸਾਹਿਬ ਕੋਲ ਹੈਗਾ। ਹੁਣ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਹੈਲਥ ਦਾ, ਸਿਹਤ ਦਾ ਸਿੱਧਾ ਮਹਿਕਮਾ ਚੀਫ ਮਿਨਿਸਟਰ ਕੋਲ ਹੋਵੇ ਤੇ ਡਾਇਰੈਕਟਰ ਜਿਹੜਾ ਆ ਉਹ ਸਕੈਮਾਂ ਦੇ ਵਿੱਚ 5 ਲੱਖ ਰੁਪਈਆ ਉਹਨੇ ਕਿਸੇ ਤੋਂ ਮੰਗਿਆ, ਪਤਾ ਨਹੀਂ ਕਾਹਦੇ ਲਈ, ਕਿੱਟਾਂ ਲਈ ਕਿ ਕਾਹਦੇ ਲਈ। ਇਹੋ ਜਿਹੀਆਂ ਹਾਲਾਤਾਂ ਬਣੀਆਂ ਹੋਈਆਂ। ਤੁਸੀਂ ਮਤਲਬ ਜਿੱਥੇ ਲੋਕਾਂ ਦੀ ਸੇਵਾ ਦਾ ਮੌਕਾ ਆ, ਲੋਕਾਂ ਦੇ ਨਾਲ ਆਪਣੀ ਕੁਰਬਾਨੀ ਦਾ ਮੌਕਾ ਆ, ਉੱਥੇ ਤੁਸੀਂ ਪੈਸੇ ਬਣਾਉਣ 'ਚ ਲੱਗ ਪਏ ਆ। ਇਹ ਤੇ ਹਾਲਤ ਹੈ। ਇਹ ਦੇਸ਼ ਸੁਧਰੂ ਕਿਵੇਂਗਾ? ਇਸ ਗੱਲ ਦਾ ਮੈਨੂੰ ਕਾਫੀ ਅਫਸੋਸ ਰਹਿੰਦਾ ਮੰਦੀ। ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਵਿੱਚ ਆਏ ਦਿਨ ਅਨਾਉਂਸਮੈਂਟਸ ਹੋ ਜਾਂਦੀਆਂ ਨੇ ਕਿ ਇੰਨੇ ਜ਼ਿਲ੍ਹੇ ਪੰਜਾਬ ਦੇ ਕਰੋਨਾ ਮੁਕਤ ਹੋ ਗਏ, ਜਿਹੜੇ ਨੇ ਹੁਣ ਜਿੱਥੇ ਕਰੋਨਾ ਦਾ ਕੋਈ ਕੇਸ ਨਹੀਂ ਹੈ, ਪਰ ਫਿਰ ਉੱਥੇ ਕਰੋਨਾ ਕੇਸ ਆ ਜਾਂਦੇ ਨੇ। ਅਸੀਂ ਇਹੋ ਜਿਹੇ ਬਿਆਨ ਕਿਉਂ ਦਿੰਦੇ ਹਾਂ ਕਿ ਅਸੀਂ ਸਾਰੇ ਪੰਜਾਬ ਵਾਸੀਆਂ ਦੀ ਸਕਰੀਨਿੰਗ ਕਰ ਲਈ ਹੈ, ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਕਰੋਨਾ ਮੁਕਤ ਹੈ? ਬਿਲਕੁਲ, ਮੈਂ ਤੇ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਤੁਹਾਡੀ ਆਬਜ਼ਰਵੇਸ਼ਨ ਨਾਲ, ਕਿ ਇਹ ਕਦੀ ਕਹਿੰਦੇ 3 ਜ਼ਿਲ੍ਹੇ ਬਿਲਕੁਲ ਮੁਕਤ ਹੋ ਗਏ, ਫਿਰ ਕਹਿੰਦੇ ਆ ਜੀ ਅੱਜ ਆ ਗਿਆ ਜੀ 8 ਜ਼ਿਲ੍ਹੇ ਮੁਕਤ ਹੋ ਗਏ। ਮੁਕਤ ਤੇ ਐਂ ਹੋ ਗਿਆ ਵੀ ਜਿਵੇਂ ਫਤਿਹ ਕਰ ਲਿਆ, ਜਿਵੇਂ ਲੜਾਈ ਹੁੰਦੀ ਹੈ ਨਾ, ਬਿਲਕੁਲ, ਕਿ ਹੁਣ ਅਸੀਂ ਸ਼ੰਭ ਜੌੜੀਆਂ ਦਾ ਸੈਕਟਰ ਵੀ ਆ ਕਰ ਲਿਆ, ਫਲਾਨਾ ਕਰ ਲਿਆ, ਹੁਣ ਅਸੀਂ ਲਾਹੌਰ ਨੇੜੇ ਪਹੁੰਚ ਗਏ ਆ। ਇਹ ਉਸ ਕਿਸਮ ਦੀਆਂ ਗੱਲਾਂ ਕਰਦੇ ਆ। ਇਹ ਵਾਇਰਸ ਜਿਹੜੀ ਹੈ, ਇਹਨੇ ਕੋਈ ਫਲਾਈਟ ਥੋੜੀ ਲੈਣੀ ਹੈ, ਟੈਂਕ ਤੇ ਚੜ੍ਹ ਕੇ ਥੋੜੀ ਆਉਣਾ ਆ, ਜਾਂ ਇਹ ਤੋਪ ਥੋੜੀ ਆ ਕਿ ਜਿਹੜੀ ਗੋਲੇ ਮਾਰਦੀ ਨੇ ਅੱਗੇ ਵਧਣਾ ਹੈ। ਇਹ ਤੇ ਕਿਸੇ ਦੇ ਹੱਥ ਨਾਲ ਵੀ ਕਦੋਂ ਵੀ ਕਿਤੇ ਜਾ ਸਕਦੀ ਹੈ, ਕਿਤੇ ਵੀ ਆ ਸਕਦੀ ਹੈ। ਜੇ ਸਾਰੀ ਦੁਨੀਆ ਨਹੀਂ ਰੋਕ ਸਕੀ ਇਹਦੇ ਫੈਲਣ ਤੋਂ, ਤੇ ਤੁਸੀਂ ਜ਼ਿਲ੍ਹੇ ਕਿੱਥੋਂ ਮੁਕਤ ਕਰ ਲਏ ਬਈ? ਜੇ ਦੁਨੀਆ ਨਹੀਂ ਮੁਕਤ ਰਹਿ ਸਕੀ, ਜਿੱਥੇ ਚਾਈਨਾ ਤੋਂ ਉੱਡਦੀ ਜਿਉਂ ਪਹੁੰਚੀ ਸਾਰੀ ਦੁਨੀਆ 'ਚ ਪਹੁੰਚ ਗਈ, ਉਸ ਕੋਨਿਆਂ 'ਚ ਵੀ ਪਹੁੰਚ ਗਈ ਜਿੱਥੇ ਕਿਤੇ ਚਿੜੀ ਨਹੀਂ ਪਹੁੰਚਦੀ, ਤੇ ਇਹ ਗੱਲਾਂ ਮਾਰਦੇ ਫਿਰਦੇ ਆ ਕਿ ਅਸੀਂ ਜ਼ਿਲ੍ਹੇ ਮੁਕਤ ਕਰ ਲਏ। ਇਹੋ ਜਿਹੀਆਂ, ਇਹੀ ਮੈਂ ਕਹਿ ਰਿਹਾ, ਇਹ ਰਾਜਨੀਤੀ ਹੈਗੀ ਆ। ਕਿ ਹੁਣ ਅਸਲ 'ਚ ਕੀ ਹੈ ਕਿ ਫੈਕਟਰੀਆਂ ਖੋਲਣੀਆਂ ਆ, ਹੋਰ ਕਾਰੋਬਾਰ ਖੋਲਣੇ ਆ, ਹੋਰ ਸਾਰੀਆਂ ਲੋਕਾਂ ਦੀ ਆਵਾਜਾਈ ਖੋਲਣੀ ਆ, ਤਾਂ ਕਿ ਜਿੰਨੀ ਕੁ ਫੈਲਦੀ ਫੈਲੇ। ਜੇ ਲੋਕ ਮਰਦੇ ਤੇ ਮਰਨ। ਹੁਣ ਕੀ ਕਰੀਏ? ਕਿਉਂਕਿ ਦੂਜੇ ਪਾਸਿਓਂ ਕਾਫੀਆ ਤੰਗ ਹੋ ਗਿਆ, ਪੈਸੇ ਵੱਲੋਂ ਰੈਵਨਿਊ ਕੁਛ ਨਹੀਂ ਹੈਗਾ, ਸਰਕਾਰਾਂ ਭੁੱਖੀਆਂ ਮਰਨ ਲੱਗੀਆਂ, ਲੋਕ ਤੇ ਭੁੱਖੇ ਮਾਰ ਹੀ ਰਹੇ ਹੈਗੇ। ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਹੌਲੀ ਹੌਲੀ ਸਰਕਾਰ ਦਾ ਐਟੀਟਿਊਡ ਇਹ ਬਣਦਾ ਜਾ ਰਿਹਾ ਕਿ ਲੋਕਾਂ ਨੂੰ ਆਪਣੇ ਹਾਲ ਤੇ ਛੱਡ ਦੇਣਗੇ, ਬੇਹਾਲ ਤੇ, ਕਿਉਂਕਿ ਇਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਇਸੇ ਕਰਕੇ ਖਬਰਾਂ ਇਹੋ ਜਿਹੀਆਂ ਭੇਜ ਰਹੇ ਆ ਵੀ ਕੋਈ ਗੱਲ ਹੀ ਨਹੀਂ। ਪਹਿਲਾਂ ਕਹਿੰਦੇ ਸੀ ਕਿ ਗੱਲ ਹੀ ਇਕੱਲੀ ਕਰੋਨਾ ਦੀ ਆ, ਸਾਰੀ ਜਗ੍ਹਾ ਕਰੋਨਾ ਹੀ ਬੈਠੀ ਆ, ਹਰ ਪੇੜ ਤੇ ਚੜ੍ਹ ਕੇ ਬੈਠੀ ਆ। ਹੁਣ ਜਦੋਂ ਅਜੇ ਕੇਸ ਹੀ ਬਹੁਤ ਥੋੜੇ ਸੀਗੇ, ਤੇ ਜਦੋਂ ਹੁਣ ਕੇਸ ਰੋਜ਼ ਵੱਧਦੇ ਜਾਂਦੇ ਆ, ਹਾਸੋਹੀਣੀ ਗੱਲ ਤੇ ਇਸ ਦੇ ਵਿੱਚ ਇਹ ਹੈ ਵੀ ਕੇਸ ਤੇ
6767 ਹੋ ਗਏ ਕੱਲ, ਜਾਨੀ ਸਭ ਤੋਂ ਜ਼ਿਆਦਾ ਆ ਪਿਛਲੇ ਸਾਰੇ ਸਮੇਂ ਤੋਂ 60 ਦਿਨਾਂ ਤੋਂ ਵੀ ਜਿਹੜੇ ਬਿਲਕੁਲ ਕੱਲ ਦੇ ਕੇਸ ਇੱਕੋ ਦਿਨ ਦੇ। ਜੀ। ਤੇ ਅਸੀਂ 10 ਜਿਹੜੇ ਦੁਨੀਆ ਦੇ ਟੌਪ ਤੇ ਕੰਟਰੀ ਹੈਗੇ ਆ ਜਿਨ੍ਹਾਂ 'ਚ, ਉਹਨਾਂ 'ਚ ਅਸੀਂ ਸਾਡਾ ਨੰਬਰ ਆ ਗਿਆ ਟੋਟਲ ਨੰਬਰ ਦੇ ਵਿੱਚ। ਤੇ ਅਸੀਂ ਕਹੀ ਜਾਂਦੇ ਆ ਕਿ ਅਸੀਂ ਮੁਕਤ ਹੋ ਰਹੇ ਹਾਂ। ਮਤਲਬ ਇਸ ਕਿਸਮ ਦੀ ਹਾਸੋਹੀਣੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਲੋਕਾਂ ਨੂੰ ਸਗੋਂ ਸਤਰਕ ਰੱਖਣਾ ਚਾਹੀਦਾ ਪਹਿਲਾਂ ਵਾਂਗੂ ਹੀ। ਪਰ ਨਾਲ ਹੀ ਜਿਹੜੀ ਖੁੱਲ੍ਹ ਜੇ ਤੁਸੀਂ ਦੇਣੀ ਆ ਤੇ ਉਹਨਾਂ ਨੂੰ ਸਾਵਧਾਨੀ ਦੇ ਨਾਲ ਦਿਓ। ਐ ਖੁੱਲ੍ਹਮ ਖੱਡੀ ਖੇਡ ਖੇਲੋਗੇ ਤੇ ਇਹਦਾ ਮਤਲਬ ਹੋਊਗਾ ਕਿ ਤੁਸੀਂ ਹੁਣ ਪਹਿਲਾਂ ਦੂਜੇ ਪਾਸੇ ਬਿਲਕੁਲ ਐਕਸਟ੍ਰੀਮ ਤੇ ਚਲੇ ਗਏ, ਹੁਣ ਤੁਸੀਂ ਦੂਜੇ ਪਾਸੇ ਜਾਓਗੇ ਤੇ ਫਿਰ ਇਹਦਾ ਨੁਕਸਾਨ ਸਾਨੂੰ ਜ਼ਿਆਦਾ ਉਠਾਉਣਾ ਪਊਗਾ। ਇਹ ਰਾਜਨੀਤਿਕ ਫੈਸਲੇ, ਰਾਜਨੀਤਿਕ ਸੋਚਾਂ ਆ, ਨਾ ਕਿ ਕਿਸੇ ਡਾਕਟਰੀ ਦਾ ਜਾਂ ਸਾਇੰਸ ਦੇ ਮਾਈਂਡ ਦੀ ਕਾਢ ਹੈਗੀ ਆ। ਇੰਜ ਨਾ ਕਰਨ। ਸਾਇੰਸ ਵਾਲੇ ਲੋਕਾਂ ਨੂੰ, ਸਾਇੰਟਿਸਟਾਂ ਨੂੰ, ਉਹਨਾਂ ਨੂੰ ਰਾਜਨੀਤਿਕ ਰੰਗਤ 'ਚ ਰੰਗਣ ਤੋਂ ਬਿਨਾਂ ਉਹਨਾਂ ਦੀ ਖੁੱਲੀ ਜਿਹੜੀ ਆਪਣੀ ਨਿਊਟਰਲ ਕੀ ਸਲਾਹ ਆ ਉਸ ਦੇ ਉੱਥੋਂ ਗਾਈਡੈਂਸ ਲੈ ਕੇ ਚੱਲਣ, ਨਾ ਕਿ ਆਪਣੇ ਦਿਮਾਗ ਦੀ ਜ਼ਿਆਦਾ ਵਰਤੋਂ ਕਰਨ ਰਾਜਨੀਤਿਕ ਲੋਕ। ਤਾਂ ਹੀ ਅਸੀਂ ਥੋੜ੍ਹਾ ਬਹੁਤ ਲੋਕਾਂ ਦੇ ਵਿੱਚ ਇਸ ਕਿਸਮ ਦਾ ਬਚਾਅ ਕਰ ਸਕਦੇ ਹਾਂ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਰੈਵਨਿਊ ਦੀ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ ਜਿਹੜੀ ਉਹ ਵੀ ਹੁਣ ਹੌਲੀ ਹੌਲੀ ਇੰਡਸਟਰੀਜ਼ ਵੀ ਖੋਲ੍ਹਣ ਦੀ ਤਿਆਰੀ ਵਿੱਚ ਹੈ, ਕਿਉਂਕਿ ਜਿਹੜਾ ਸਾਡਾ ਆਰਥਿਕ ਢਾਂਚਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਕੋਵਿਡ ਦੇ ਕਰਕੇ। ਹੁਣ ਰੈਵਨਿਊ ਦੀ ਗੱਲ ਚੱਲੀਏ ਤਾਂ ਸ਼ਰਾਬ ਦਾ ਬੜਾ ਰੌਲਾ ਪਿਆ ਸੀ ਕਿ ਨਾਜਾਇਜ਼ ਸ਼ਰਾਬ ਦੇ ਕਾਫੀ ਜਗ੍ਹਾ ਤੋਂ ਫੜੀ ਜਾ ਰਹੀ ਹੈ। ਹੁਣ ਜਿਹੜੀ ਖਬਰ ਆਈ ਉਸਨੇ ਹੈਰਾਨ ਕੀਤਾ ਹੈ ਕਿ ਦੁੱਧ ਵਾਲੇ ਟੈਂਕਰ ਦੇ ਵਿੱਚੋਂ 440 ਪੇਟੀਆਂ ਸ਼ਰਾਬ ਜਿਹੜੀ ਹੈ ਬਰਾਮਦ ਕੀਤੀ ਹੈ। ਸਾਡਾ ਦੇਸ਼ ਦੀ ਤੇ ਹਾਲਤ ਇਹੀ ਹੈ। ਅੱਗੇ ਜਿਹੜਾ ਕੰਕਰੀਟ ਮਿਕਸਚਰ ਜਿਹੜਾ ਵੱਡਾ ਡਰਮ ਹੁੰਦਾ ਟਰੱਕ ਵਾਲਾ, ਉਹਦੇ ਤੁਹਾਨੂੰ ਪਤਾ ਕਿ 18 ਵਰਕਰ ਨਿਕਲੇ ਸੀਗੇ ਉਹਦੇ ਮੋਰੀ ਚੋਂ, ਹੈ ਨਾ। ਕੱਲਾ ਵਰਕਰ ਬਾਹਰ ਨਿਕਾਲਦਾ ਉਹਨਾਂ ਨੇ ਦਿਖਾ ਲਿਆ। ਕਿੰਨੀ ਦੁਖਦਾਈ ਗੱਲ ਹੈ ਕਿ ਜਿਹੜੀ ਹਿਊਮਨ ਸਮਗਲਿੰਗ ਹੁੰਦੀ ਹੈ, ਟ੍ਰੈਫਿਕਿੰਗ ਹੁੰਦੀ ਹੈ। ਕੀ ਕਾਰਨ? ਮਾਰੇ ਲੋਕ ਘਰਾਂ ਨੂੰ ਜਾਣਾ ਚਾਹੁੰਦੇ ਸੀਗੇ, ਟਰੱਕ ਵਾਲੇ ਨੇ ਪੈਸੇ ਖੁੱਲੇ ਲਏ ਹੋਣੇ ਆ, ਉਹ ਪੈਸੇ ਵੀ ਗਏ ਗਰੀਬਾਂ ਦੇ, ਵਰਕਰਾਂ ਦੇ। ਉਹੀ ਹਾਲਤ ਹੋਣੀ ਆ ਕਿ ਜਿੱਥੇ ਦਾਰੂ ਲੋੜ ਹੈ। ਇਹ ਦਾਰੂ ਜਿਹੜੀ ਚੰਡੀਗੜ੍ਹ ਤੋਂ ਚੜੀ ਉਸ ਟਰੱਕ ਦੇ ਵਿੱਚ ਤੇ ਉੱਪਰ ਦੁੱਧ ਦਾ ਲੱਗਾ ਆ, ਫੋਟੋ ਆਈ ਹੈ ਸਾਰਿਆਂ ਨੇ, ਤੁਸੀਂ ਦੇਖ ਲਈ ਹੋਣੀ ਹੈ। ਔਰ ਉਹਨੂੰ ਫੜ ਲਿਆ ਪੁਲਿਸ ਵਾਲਿਆਂ ਨੇ, ਚੰਗੀ ਗੱਲ ਹੈ। ਥੋੜੀ ਨਹੀਂ, 21,000 ਪਊਏ, ਜਾਨੀ 440 ਕੇ ਸ਼ਾਇਦ 420 ਕੇਸ, ਬਹੁਤ ਵੱਡੀ ਅਮਾਊਂਟ ਦੇ ਵਿੱਚ ਫੜੀ ਆ। ਪੂਰਾ ਟਰੱਕ ਭਰਿਆ ਹੋਇਆ ਸੀ। ਤੇ ਜਾਣੀ ਕਿੱਥੇ ਸੀਗੀ? ਜਿਹੜੀ ਮੋਦੀ ਜੀ ਦੀ ਗੁਜਰਾਤ ਜਿਹੜੀ ਡਰਾਈ ਸਟੇਟ ਹੈ, ਜਿੱਥੇ ਕਦੀ ਦਾਰੂ ਕਹਿੰਦੇ ਆ ਵੀ ਹੈ ਹੀ ਨਹੀਂ, ਉਹ ਤੇ ਸਾਡੀ ਡਰਾਈ ਸਟੇਟ ਹੈ, ਉੱਥੇ ਨਹੀਂ ਦਾਰੂ ਕੋਈ ਪੀਂਦਾ ਹੈਗਾ। ਤੇ ਉੱਥੇ ਸਾਰੀ ਦੀ ਸਾਰੀ ਦਾਰੂ ਭੇਜੀ ਜਾ ਰਹੀ ਸੀ। ਇਸ ਕਰਕੇ ਮਾਫੀਆ ਜਿੱਥੇ ਡਰਾਈ ਸਟੇਟ ਆ, ਭਾਵੇਂ ਉਹ ਬਿਹਾਰ ਆ, ਭਾਵੇਂ ਗੁਜਰਾਤ ਆ, ਇਹ ਨੋਨ ਗੱਲ ਹੈ। ਮੈਂ ਅੱਗੇ ਵੀ ਇੱਕ ਦਿਨ ਇਹ ਗੱਲ ਮੈਂਸ਼ਨ ਕੀਤੀ ਸੀਗੀ ਕਿ ਹਰ ਚੀਜ਼, ਦਾਰੂ ਖਾਸ ਕਰਕੇ ਸਭ ਜਗ੍ਹਾ ਮਿਲਦੀ ਹੈ। ਰੋਟੀ ਭਾਵੇਂ ਮਿਲੇ ਨਾ ਮਿਲੇ, ਹੋਰ ਕੋਈ ਚੀਜ਼, ਦਵਾਈ ਮਿਲੇ ਨਾ ਮਿਲੇ, ਪਰ ਪੜ੍ਹਾਈ ਮਿਲੇ ਨਾ ਮਿਲੇ, ਦਾਰੂ ਸਾਰੀ ਜਗ੍ਹਾ, ਭਾਵੇਂ ਡਰਾਈ ਸਟੇਟ ਹੋਵੇ ਤੇ ਭਾਵੇਂ ਵੈਟ ਸਟੇਟ ਹੋਵੇ, ਉਹਦੀ ਸਮਗਲਿੰਗ ਫੜੀ ਜਾਣੀ। ਇੱਕ ਸ਼ਰਮ ਦੀ ਗੱਲ ਤੇ ਹੈ ਹੀ ਹੈ। ਪਰ ਨਾਲ ਹੀ ਮੇਰਾ ਖਿਆਲ ਹੈ ਕਿ ਇਹ ਇਕੱਲਾ ਕਾਇਦੇ ਕਾਨੂੰਨ ਦੀ ਗੱਲ ਹੀ ਨਹੀਂ ਹੈ, ਰੈਵਨਿਊ ਦੀ ਨਹੀਂ ਗੱਲ ਹੈ, ਲੋਕਾਂ ਦੀ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਵੀ ਹੈਗੀਆਂ। ਇਹ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ। ਚੰਗੀ ਗੱਲ ਹੈ ਕਿ ਉਹ ਫੜੇ ਗਏ, ਪਰ ਗਾਂ ਤੋਂ ਇਹਦੇ ਤੋਂ ਜਿਹੜਾ ਇੱਕ ਸਿਸਟਮ ਥੱਲੇ ਲਗਾਤਾਰ ਮਾਫੀਆ, ਬੂਟਲੈਗਰਸ ਜਿਹੜੇ ਕੰਮ ਕਰ ਰਹੇ ਆ, ਉਹਦੀ ਜਦ ਤੱਕ ਪਿੱਠ ਨਹੀਂ ਤੋੜੀ ਜਾਂਦੀ। ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ 'ਚ ਨਸ਼ਿਆਂ ਵਿਰੁੱਧ ਵਾਅਦਾ ਕੀਤਾ ਸੀਗਾ ਕਿ ਅਸੀਂ 40 ਦਿਨਾਂ ਦੇ ਅੰਦਰ ਪਿੱਠ ਤੋੜ ਦਿਆਂਗੇ, ਉਹ ਪਿੱਠ ਅਜੇ ਤੱਕ ਨਹੀਂ ਟੁੱਟੀ। ਮੰਦੀ ਜੀ ਪ੍ਰੋਫੈਸਰ ਸਾਹਿਬ, ਹੁਣ ਅਸੀਂ ਅਮਰੀਕਾ ਤੋਂ ਡਿਪੋਰਟ ਹੋਏ ਜੇ ਭਾਰਤੀਆਂ ਦੀ ਗੱਲ ਕਰ ਲਈਏ, ਖਾਸ ਕਰਕੇ ਪੰਜਾਬੀਆਂ ਦੀ, ਤਾਂ ਜਿਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ, ਤੇ ਉਹਨਾਂ ਵੱਲੋਂ ਪੁਲਿਸ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਤੁਸੀਂ ਕਿਸੇ ਵਧੀਆ ਹੋਟਲ ਵਿੱਚ ਜਾਣਾ ਚਾਹੁੰਦੇ ਹੋ, ਤੁਹਾਨੂੰ ਉੱਥੇ ਵੀ ਭੇਜ ਦੇਵਾਂਗੇ। ਤਾਂ ਉਹਨਾਂ ਨੇ ਅੱਗੋਂ ਬੜੇ ਵਿਥਿਆ ਸੁਣਾਈ ਆਪਣੀ ਕਿ ਸਾਡੇ ਕੋਲ ਤਾਂ ਹੁਣ ਰੋਟੀ ਖਾਣ ਜੋਗੇ ਪੈਸੇ ਵੀ ਨਹੀਂ ਬਚੇ, ਅਸੀਂ ਆਪਣਾ ਸਭ ਕੁਝ ਦਾਅ ਤੇ ਲਾ ਕੇ ਅਮਰੀਕਾ ਗਏ ਸੀ, ਨਾਜਾਇਜ਼ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਸੀ, ਉੱਥੇ ਜੇਲ੍ਹਾਂ ਕੱਟਣ ਤੋਂ ਬਾਅਦ ਹੁਣ ਫਿਰ ਵਾਪਸ ਪਰਤੇ ਆ। ਯਾਦ ਹੋਣਾ ਤੁਹਾਨੂੰ, ਜਿੱਦਣੇ ਫਲਾਈਟ ਆਈ ਸੀ ਉਦਣ ਵੀ ਅਸੀਂ ਇਸ ਗੱਲ ਦੇ ਉੱਤੇ ਚਰਚਾ ਇਹੀ ਕੀਤੀ ਸੀ। ਮੈਨੂੰ ਪਤਾ ਹੈ ਕਿ ਇਹ ਰੂਟ ਜਿਸ ਦਰ ਰਾਹੀਂ ਜਾਂਦੇ ਆ, ਆਪਾਂ ਮਾਲਟਾ ਟ੍ਰੈਜਡੀ ਕਦੀ ਨਾ ਭੁੱਲੀਏ, ਉਹ ਕੇਸ ਅਜੇ ਤੱਕ ਵੀ ਚੱਲੀ ਜਾਂਦਾ ਆ। ਇਸ ਕਰਕੇ ਇਹ ਜਿਹੜੇ ਬੱਚੇ ਇੱਥੋਂ ਜਾਂਦੇ ਆ, ਥੋੜੇ ਜਿਹੇ ਉਹਨਾਂ ਨੂੰ ਸੁਪਨੇ ਵੀ ਦਿਖਾਉਂਦੇ ਆ ਜਿਹੜੇ ਟਰੈਵਲ ਏਜੰਟ ਆ, ਕੁਛ ਮਜਬੂਰੀਆਂ ਹੁੰਦੀਆਂ, ਚਲੇ ਜਾਂਦੇ ਆ। ਇੰਨੇ ਕਸ਼ਟ ਵਿੱਚੋਂ ਲੰਘ ਕੇ ਜਦੋਂ ਉੱਥੇ ਪਹੁੰਚੇ ਤੇ ਹੁਣ ਉਹਨਾਂ ਨੂੰ ਫੜ ਕੇ ਉੱਥੇ ਕਾਫੀ ਦੇਰ ਰੱਖਿਆ ਡਿਟੈਂਸ਼ਨ 'ਚ, ਹੁਣ ਵਾਪਸ ਭੇਜਿਆ ਆ। ਤੇ ਇਹਨਾਂ ਨੇ ਅੱਗੇ ਉਹਨਾਂ ਨੂੰ ਪਰਚਾ ਦਿਖਾਤਾ ਕਿ ਆਹ ਰੇਟ ਆ ਜੀ, ਆਹ 3000 ਵਾਲਾ, ਆਹ 5000 ਵਾਲਾ ਡੇਲੀ ਵਾਲਾ, ਆਹ ਤੁਹਾਡਾ 1000 ਰੁਪਈਆ ਡੇਲੀ ਦਾ ਵੀ ਸਰ ਜੂ। ਉਹ ਕਹਿੰਦੇ ਉਹ ਸਾਡੇ ਕੋਲ ਤੇ ਰੋਟੀ ਖਾਣ ਜੋਗੇ ਪੈਸੇ ਨਹੀਂ,
ਸਾਨੂੰ ਜਿੱਥੇ ਰੱਖਣਾ ਰੱਖੋ, ਭਾਵੇਂ ਸੜਕ ਤੇ ਬਿਠਾ ਛੱਡੋ। ਤੇ ਇਸ ਕਰਕੇ ਸਾਡਾ ਤੇ ਸਗੋਂ ਉਲਟਾ ਇਹ ਸੋਚੋਗੇ ਅਸੀਂ ਤੇ ਲੁੱਟੇ ਗਏ ਆ, ਅਸੀਂ ਇੰਨੀ ਤਕਲੀਫ ਚੋਂ ਆਏ ਆ, ਸਾਡੀ ਮਦਦ ਕੀ ਕਰਨੀ ਆ। ਉਹ ਸੋਚੋ ਸਾਨੂੰ ਹੋਟਲਾਂ ਦੇ ਆ ਨਵੇਂ ਬਰੋਸ਼ਰ ਨਾ ਦਿਖਾ ਲਓ ਸਟੇ ਕਿ ਕਿੱਥੇ ਰਹਿਣਾ ਤੁਸੀਂ, ਆਪਣੇ ਆਪ ਨੂੰ ਆਈਸੋਲੇਟ ਕਰਨਾ। ਤੇ ਮੇਰਾ ਖਿਆਲ ਹੈ ਕਿ ਜੇ ਸਰਕਾਰ ਦੇ ਹੱਥ ਖੜੇ ਆ ਤੇ ਉਹਨਾਂ ਨੂੰ ਦਰਬਾਰ ਸਾਹਿਬ ਦੀਆਂ ਸਰਾਵਾਂ SGPC ਨੇ ਬਾਰ-ਬਾਰ ਕਹੀਆਂ ਸਾਡੇ ਕੋਲ ਖਾਲੀ ਹੈਗੀਆਂ ਤੇ ਉਹ ਵਧੀਆ ਵੀ ਹੈਗੀਆਂ, ਉੱਥੇ ਉਹਨਾਂ ਨੂੰ ਭੇਜ ਦੇਣਾ ਚਾਹੀਦਾ ਹੈ। ਨਾਲੇ ਉੱਥੇ ਕੀਰਤਨ ਸੁਣਨਗੇ ਤੇ ਨਾਲੇ ਥੋੜਾ ਜਿਹਾ ਉਹਨਾਂ ਨੂੰ ਸ਼ਾਂਤੀ ਵੀ ਮਿਲੂਗੀ ਇਹੋ ਜਿਹੇ ਹਾਲਾਤਾਂ ਚੋਂ ਆ ਕੇ। ਮੇਰਾ ਖਿਆਲ ਹੈ ਕਿ ਸਰਕਾਰ ਨੂੰ ਕੋਈ ਚੰਗੀ ਸੋਚ ਤੋਂ ਕੰਮ ਲੈਣਾ ਚਾਹੀਦਾ। ਨਾਲ ਹੀ ਸਾਡੇ ਪੰਜਾਬੀਆਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਕਿ ਜਦੋਂ ਭਰ ਕੇ ਇਹੋ ਜਿਹੇ ਜਹਾਜ਼ ਵਾਪਸ ਆਉਂਦੇ ਆ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਗਏ ਹੁੰਦੇ ਆ, ਏਜੰਟਾਂ ਦੇ ਟੀਟੇ ਚੜ੍ਹਦੇ ਆ। ਇਹ ਬੜੀ ਪੁਰਾਣੀ ਬਹਿਸ ਲਗਾਤਾਰ ਚੱਲਦੀ ਆ ਰਹੀ ਆ, ਪਰ ਸਾਡੇ ਲੋਕ ਕਦੀ ਵੀ ਉਹ ਤੋਂ ਸਿੱਖਣ ਦਾ ਕੋਸ਼ਿਸ਼ ਨਹੀਂ ਕਰਦੇ ਮਨਦੀਪ। ਪਰ ਜ਼ਰੂਰ ਇੱਕ ਵੀ ਜਦੋਂ ਨੌਜਵਾਨ ਇੰਨਾ ਦੁਖੀ ਹੋ ਕੇ ਆਪਣੀ ਵਿਆਖਿਆ ਸੁਣਾਉਂਦਾ, ਸਾਡਾ ਦਿਲ ਭਰ ਆਉਂਦਾ ਆ। ਤੇ ਸਾਡੇ ਮਾਂ-ਬਾਪ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਉਹ ਆਪਣੇ ਦੇਸ਼ 'ਚ ਰਹਿ ਕੇ ਹੀ ਚੰਗੇ ਜੀਵਨ ਲਈ ਲੜਾਈ ਰਹਿਣ, ਨਾ ਕਿ ਇਹੋ ਜਿਹੇ ਧੱਕੇ ਤੌੜੇ ਖਾ ਕੇ ਪੈਸੇ ਲੁਟਾ ਕੇ ਏਜੰਟਾਂ ਨੂੰ ਤੇ ਹੋਰ ਜਗ੍ਹਾ ਵਾਪਸ ਆਉਣ। ਇਹ ਇੱਕ ਦੁੱਖ ਦੀ ਗੱਲ ਆ, ਇਹਦੇ ਤੋਂ ਬਚਣ ਦੀ ਲੋੜ ਹੈ ਮਨਦੀਪ। ਜੀ ਪ੍ਰੋਫੈਸਰ ਸਾਹਿਬ, ਇਹ ਤਾਂ ਉਹਨਾਂ ਭਾਰਤੀਆਂ ਦੀ ਗੱਲ ਸੀ ਜਿਹੜੇ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵਰਗੇ ਦੇਸ਼ਾਂ ਵਿੱਚ ਦਾਖਲ ਹੋਣਾ ਚਾਹੁੰਦੇ ਨੇ, ਫਿਰ ਉੱਥੇ ਫੜੇ ਜਾਂਦੇ ਨੇ ਤੇ ਫਿਰ ਵਾਪਸ ਰਿਪੋਰਟ ਕਰ ਦਿੱਤੇ ਜਾਂਦੇ ਨੇ। ਹੁਣ ਅਸੀਂ ਜੇ ਉਹਨਾਂ ਭਾਰਤੀਆਂ ਦੀ ਗੱਲ ਕਰੀਏ ਜਿਹੜੇ ਕਿ ਲਾਕਡਾਊਨ ਕਰਕੇ ਬਾਹਰਲੇ ਦੇਸ਼ਾਂ ਵਿੱਚ ਫਸੇ ਹੋਏ ਸਨ, ਉਹਨਾਂ ਨੂੰ ਜਿਹੜੇ ਵਾਪਸ ਸੁਦੇਸ਼ ਲਿਆਉਣ ਦਾ ਵੰਦੇ ਭਾਰਤ ਮਿਸ਼ਨ ਹੈ, ਉਸ ਦੇ ਤਹਿਤ ਵੀ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ, ਲਿਆਂਦਾ ਵੀ ਜਾ ਰਿਹਾ ਵੱਡੀ ਗਿਣਤੀ ਵਿੱਚ। ਉਹਨਾਂ ਨੂੰ ਵੀ ਅੱਗੇ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਏਗਾ, ਸਾਨੂੰ ਪਤਾ ਹੀ ਹੈ ਜੀ। ਹਾਂ ਮਨਦੀਪ, ਇਹ ਤੇ ਹੈਗਾ ਆ ਕਿ ਇਹ ਦੇਖੋ ਤੁਸੀਂ ਇਹਨਾਂ ਨੇ ਕਿਸੇ ਨੂੰ ਕਹਿੰਦੇ 14 ਦਿਨ ਰੱਖਣਾ, ਕਿਸੇ ਨੂੰ ਕਹਿੰਦੇ 7 ਦਿਨ ਰੱਖਣਾ। ਇਹ ਅਜੇ ਕੋਈ ਇਹੋ ਜਿਹਾ ਬਹੁਤਾ ਫੈਸਲਾ ਨਹੀਂ ਹੋ ਰਿਹਾ। ਉੱਥੇ ਚੜ੍ਹਦੇ ਵੇਲੇ ਸਕਰੀਨਿੰਗ ਹੋਊਗੀ, ਜੇ ਕੋਈ ਉੱਥੇ ਲੱਭੂਗਾ ਕਿ ਆਲਰੇਡੀ ਇਨਫੈਕਟਡ ਹੈਗਾ ਆ ਉਸ ਨੂੰ ਨਹੀਂ ਚੜਾਉਣਗੇ। ਇੱਥੇ ਆ ਕੇ ਫਿਰ ਸਕਰੀਨਿੰਗ ਹੋਊਗੀ, ਫਿਰ ਆਈਸੋਲੇਸ਼ਨ 'ਚ ਰੱਖਿਆ ਜਾਊਗਾ। ਇਹ ਸਾਰੀਆਂ ਗੱਲਾਂ ਇਹ ਠੀਕ ਹੈਗੀਆਂ ਆ, ਪਰ ਮੇਰਾ ਖਿਆਲ ਹੈ ਕਿ ਇਹ ਸ਼ੁਰੂਆਤ ਕਰਨੀ, ਦੇਖੋ ਅਲਟੀਮੇਟਲੀ ਇਹ ਜ਼ਰੂਰੀ ਸੀ, ਸ਼ੁਰੂਆਤ ਹੋ ਗਈ ਹੈ। ਇੱਕ ਪਾਲਿਸੀ ਬਣਾ ਲੈਣੀ ਚਾਹੀਦੀ ਹੈ। ਇਹ ਨਹੀਂ ਕਿ ਤੁਸੀਂ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਇਸ ਗੱਲ ਦੇ ਤੁਸੀਂ ਆਪਣੇ ਕਾਇਦੇ ਕਾਨੂੰਨ ਕਰੀ ਚੱਲੋ। ਤੇ ਮੇਰਾ ਖਿਆਲ ਹੈ ਕਿ ਮਨਦੀਪ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਸ ਗੱਲ ਦੇ ਉੱਤੇ ਕਿ ਉਹ ਬੰਦੇ ਜਿਹੜੇ ਬਾਹਰੋਂ ਕਾਫੀ ਖੱਜਲ ਖੁਆਰੀ ਤੋਂ ਬਾਅਦ ਕਾਫੀ ਉੱਥੇ ਆਪਣੇ ਕਿਸਮ ਦੀ ਕੁਆਰੰਟਾਈਨ ਜਾਂ ਹੋਰ ਆਈਸੋਲੇਸ਼ਨ 'ਚ ਰਹਿਣ ਤੋਂ ਬਾਅਦ ਇੱਥੇ ਜੇ ਪਹੁੰਚੇ ਆ, ਤੇ ਇੱਥੇ ਉਹਨਾਂ ਨੂੰ ਘੱਟੋ ਘੱਟ ਜੇ ਕਿਸੇ ਕੋਲ 4 ਪੈਸੇ ਨਹੀਂ ਵੀ ਇਸ ਤੇ ਸਰਕਾਰਾਂ ਨੂੰ ਸੁੱਖ ਸਹੂਲਤਾਂ ਦੇਣੀਆਂ ਚਾਹੀਦੀਆਂ। ਚੰਗੀ ਗੱਲ ਇਹ ਹੈ ਕਿ ਇੱਕ ਵਾਰੀ ਤੇ ਸਰਕਾਰ ਨੇ, ਸਾਡੀ ਪੰਜਾਬ ਸਰਕਾਰ ਨੇ ਉੱਥੇ ਦਿੱਲੀ ਇੰਦਰਾ ਗਾਂਧੀ ਏਅਰਪੋਰਟ ਦੇ ਉੱਤੇ ਕਾਊਂਟਰ ਵੀ ਲਾਇਆ ਸੀਗਾ। ਪਤਾ ਨਹੀਂ ਉਹ ਹੁਣ ਤੱਕ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਜੇ ਉਹ ਕਰਦਾ ਹੋਵੇ ਤੇ ਉਹ ਕਾਫੀ ਉਹ ਡੈਸਕ ਜਿਹੜਾ ਕਾਫੀ ਹੈਲਪਫੁਲ ਹੋ ਸਕਦਾ ਮਨਦੀਪ। ਜੀ ਪ੍ਰੋਫੈਸਰ ਸਾਹਿਬ, ਦਰਬਾਰ ਸਾਹਿਬ ਦੀ ਹੁਣ ਅਸੀਂ ਜੇ ਜਾਂਦੇ ਗੱਲ ਕਰ ਲਈਏ ਤਾਂ ਬ੍ਰਹਮਬੁੱਟਾ ਮਾਰਕੀਟ ਦਾ ਜਿਹੜਾ ਰਸਤਾ ਖੁੱਲ੍ਹਾ ਸੀ, ਤਾਂ ਉੱਥੇ ਵੀ ਉੱਥੋਂ ਦੇ ਥਾਣੀ ਹੁਣ ਸ਼ਰਧਾਲੂ ਜਿਹੜੇ ਨੇ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਵੀ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਹੈ, ਤਾਂ ਕਿਉਂਕਿ ਜਿਹੜੇ ਹਰ ਕੋਈ ਦਰਬਾਰ ਸਾਹਿਬ ਦੇ ਪ੍ਰਤੀ ਸ਼ਰਧਾ ਹੈ, ਜੋ ਹਰ ਇੱਕ ਧਾਰਮਿਕ ਬਿਰਤੀ ਵਾਲਾ ਵਿਅਕਤੀ ਹੈ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਉਹਦੀ ਇੱਛਾ ਹੁੰਦੀ ਹੈ ਕਿ ਮੈਂ ਦਰਬਾਰ ਸਾਹਿਬ ਨਤਮਸਤਕ ਹੋਵਾਂ। ਪਰ ਜਿਵੇਂ ਹੀ ਕਰਫਿਊ ਵਿੱਚ ਥੋੜ੍ਹੀ ਜਿਹੀ ਢਿੱਲ ਦਿੱਤੀ ਗਈ ਤਾਂ ਸ਼ਰਧਾਲੂਆਂ ਦੀ ਗਿਣਤੀ ਵੱਧ ਗਈ ਹੈ ਤੇ ਇੱਕ ਵਾਰ ਫਿਰ ਦਰਬਾਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ। ਪ੍ਰੋਫੈਸਰ ਸਾਹਿਬ, ਹੁਣ ਸਮਾਂ ਹੋ ਗਿਆ ਜੀ, ਅਸੀਂ ਦਰਸ਼ਕਾਂ ਤੋਂ ਇਜਾਜ਼ਤ ਲੈ ਲੈਂਦੇ ਹਾਂ। ਧੰਨਵਾਦ ਆਪ ਜੀ ਦਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ, ਸਾਡੇ ਸਰੋਤਿਆਂ ਦਾ ਵੀ ਤੇ ਸਾਡੀ ਸਾਰੀ ਟੀਮ ਦਾ ਜਿਹੜੀ ਸਾਨੂੰ ਰੋਜ਼ ਲਾਈਵ ਹੋਣ ਲਈ ਮਦਦ ਕਰਦੇ ਆ ਮਨਦੀਪ ਜੀ। ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ। ਹੁਣ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆ ਗਿਆ। ਧੰਨਵਾਦ ਜੀ।